ਹੈਲੋ ਸਟੂਡੈਂਟ, ਗੁੱਡ ਆਫਟਰਨੂਨ ਟੂ ਆਲ ਆਫ ਯੂ। ਬੇਟਾ ਜਿਹੜਾ ਆਪਣਾ ਨੈਕਸਟ ਲੈਕਚਰ ਹੈ ASP.NET ਦਾ, ਉਹ ਤੁਹਾਡਾ ਜਿਹੜਾ ਟੌਪਿਕ ਹੈ ਗ੍ਰਿਡ ਵਿਊ ਕੰਟਰੋਲਸ ਬਾਰੇ ਡਿਸਕਸ ਕਰਾਂਗੇ। ਠੀਕ ਹੈ, ਇਹਦੇ ਵਿੱਚ ਕਾਫੀ ਜ਼ਿਆਦਾ ਨੇ ਟੂਲਸ ਦਾ, ਬਟ ਆਪਾਂ ਕੁਝ ਕੁ ਟੂਲਸ ਬਾਰੇ ਹੀ ਡਿਸਕਸ ਕਰਾਂਗੇ ਅੱਜ। ਠੀਕ ਹੈ, ਪਹਿਲਾਂ ਆਪਾਂ ਪੜ੍ਹਦੇ ਹਾਂ ਇੰਟਰੋਡਕਸ਼ਨ ਦੇ ਵਿੱਚ ਗ੍ਰਿਡ ਵਿਊ ਹੁੰਦਾ ਕੀ ਆ। ਕਹਿੰਦੇ ਗ੍ਰਿਡ ਵਿਊ ਕੰਟਰੋਲ ਇਜ਼ ਫੀਚਰ ਰਿਚ ਐਂਡ ਵਰਸਾਟਾਈਲ ਹੁੰਦਾ, ਬਹੁਤ ਜ਼ਿਆਦਾ ਫੈਲੀ ਹੋਈ। ਕੰਟਰੋਲ ਯੂਜ਼ ਟੂ ਐਕਸੈਪਟ ਡਿਸਪਲੇ ਐਂਡ ਐਡਿਟ ਡਾਟਾ ਔਨ ਵੈਬ ਪੇਜ ਦੇ ਉੱਪਰ ਜੋ ਵੀ ਡਾਟਾ ਆਪਾਂ ਮਤਲਬ ਕਿ ਡਿਸਪਲੇ ਕਰਵਾਉਣਾ, ਐਕਸੈਪਟ ਕਰਵਾਉਣਾ, ਐਡਿਟ ਕਰਨਾ, ਉਹ ਸਾਰੇ ਵਰਕਿੰਗ ਕਿਹਦੇ ਕੋਲ ਹੁੰਦੀ ਹੈ? ਗ੍ਰਿਡ ਵਿਊ ਕੰਟਰੋਲ ਕੋਲ। ਇਟ ਇਜ਼ ਕਾਮਨਲੀ ਯੂਜ਼ਡ ਕੰਟਰੋਲ ਇਨ ASP.NET, ਮਤਲਬ ਕਿ ਇਹ ਕਾਮਨਲੀ ਕਾਹਦੇ ਵਿੱਚ ਯੂਜ਼ ਕੀਤੀ ਜਾਂਦੀ ਹੈ? ASP.NET ਦੇ ਵਿੱਚ ਹੀ ਯੂਜ਼ ਕੀਤੀ ਜਾਂਦੀ ਹੈ। ਦ ਗ੍ਰਿਡ ਵਿਊ ਇਜ਼ ਐਕਸਟ੍ਰੀਮਲੀ ਫਲੈਕਸੀਬਲ ਗ੍ਰਿਡ ਕੰਟਰੋਲ ਫਾਰ ਸ਼ੋਇੰਗ ਦ ਡਾਟਾ, ਮਤਲਬ ਕਿ ਐਕਸਟ੍ਰੀਮਲੀ ਮਤਲਬ ਫਲੈਕਸੀਬਲ ਹੁੰਦੀ ਹੈ ਜਿਹਦੇ ਵਿੱਚ ਆਪਾਂ ਡਾਟੇ ਨੂੰ ਸ਼ੋ ਕਰ ਸਕਦੇ ਹਾਂ। ਇਟ ਇਨਕਲੂਡ ਦਾ ਵਾਈਡ ਰੇਂਜ ਆਫ ਹਾਰਡਵਾਇਰਡ ਫੀਚਰਸ ਇਨਕਲੂਡਿੰਗ ਸਿਲੈਕਸ਼ਨ, ਪੇਜਿੰਗ ਕਰਨੀ ਆ, ਕੋਈ ਸ਼ਾਰਟਿੰਗ ਕਰਨੀ ਆ, ਕੋਈ ਐਡੀਟਿੰਗ ਕਰਨੀ ਆ ਆਈਟਮਸ ਦੇ ਵਿੱਚ, ਡਾਟੇ ਦਾ ਰਿਕਾਰਡ ਤਿਆਰ ਕਰਨਾ, ਤਾਂ ਸਾਰਾ ਕੰਮ ਕਾਹਦੇ ਵਿੱਚ ਹੁੰਦਾ ਹੈਗਾ? ਗ੍ਰਿਡ ਵਿਊ ਕੰਟਰੋਲ ਦੇ ਵਿੱਚ ਹੀ ਹੁੰਦਾ। ਤਾਂ ਗ੍ਰਿਡ ਵਿਊ ਕੰਟਰੋਲ ਇਜ਼ ਦਾ ਵਰਕ ਹਾਰਸ ਆਫ ਦਾ ASP.NET ਫਰੇਮਵਰਕ ਦਾ ਹੀ ਇੱਕ ਕੰਮ ਹੈ। ਠੀਕ ਹੈ, ਇਟ ਇਜ਼ ਵਨ ਆਫ ਦਾ ਮੋਸਟ ਫੀਚਰ ਰਿਚ ਐਂਡ ਕੰਪਲੀਕੇਟਡ ਆਲ ਆਫ ਦਾ ASP.NET ਕੰਟਰੋਲ, ਮਤਲਬ ਇਹ ਸਾਰੀਆਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਤਾਂ ਗ੍ਰਿਡ ਵਿਊ ਕੰਟਰੋਲ ਇਜ਼ ਦਾ ਆਫੀਸ਼ੀਅਲੀ ਸਕਸੈਸਰ ਟੂ ਦਾ ਡਾਟਾ ਗ੍ਰਿਡ ਕੰਟਰੋਲ ਆਫ ਦਾ ਯੈਸਟਰਡੇਜ਼, ਮਤਲਬ ਯੈਸਟਰਡੀਅਰਸ ਤੇ ਮਤਲਬ ਕਿ ਆਫੀਸ਼ੀਅਲ ਸਕਸੈਸਰ ਹੁੰਦਾ, ਮਤਲਬ ਉਹ ਤੋਂ ਪਹਿਲਾਂ ਦਾ ਕੰਮ ਕਰਦਾ। ਇਟ ਇਜ਼ ਨੋ ਲੌਂਗਰ ਲਿਸਟਡ ਇਨ ਦਾ ਟੂਲ ਬਾਕਸ ਦੇ ਵਿੱਚ ਇਹਦੀ ਲੌਂਗਰ ਲਿਸਟ ਹੈ ਜਿਹੜੀ ਆਪਾਂ ਸ਼ੋ ਨਹੀਂ ਕਰ ਸਕਦੇ। ਠੀਕ ਹੈ ਜੀ, ਆਪਣੇ ਕੋਲ ਆ ਗਿਆ ਈਵਨ ਦੋ ਇਟ ਇਜ਼ ਸਪੋਰਟਡ ਬਾਈ ASP.NET 2.0, ਤਾਂ ਆਲ ਨਿਊ ਪ੍ਰੋਜੈਕਟ ਵੁੱਡ ਆਟੋਮੈਟਿਕਲੀ ਯੂਜ਼ ਦਾ ਗ੍ਰਿਡ ਵਿਊ ਕੰਟਰੋਲ, ਮਤਲਬ ਕਿ ਜਿਹੜੇ ਹੁਣ ਨਵੇਂ ਪ੍ਰੋਜੈਕਟ ਜਿੰਨੇ ਵੀ ਯੂਜ਼ ਕੀਤੇ ਜਾਂਦੇ ਮਤਲਬ ਕਿ 2. ਵਰਜ਼ਨ ਦੇ ਵਿੱਚ, ਠੀਕ ਹੈ, 0 ਵਾਲੀ ਵਰਜ਼ਨ ਦੇ ਵਿੱਚ, ਤਾਂ ਉਹ ਦੈਟ ਇਜ਼ ਕੋਲਡ ਸਾਰੇ ਗ੍ਰਿਡ ਵਿਊ ਆਲਰੇਡੀ ਕੰਟਰੋਲਸ ਇਹ ਆਟੋਮੈਟਿਕਲੀ ਹੀ ਹੁੰਦੇ ਨੇ। ਤਾਂ ਤੂੰ ਬਹੁਤ these control have similarly look and feel, they are implemented differently, ਮਤਲਬ ਦਿਖਦੇ ਤਾਂ ਇੱਕੋ ਜਿਹੇ ਆ ਪਰ ਕੀ ਇਹ ਅਲੱਗ-ਅਲੱਗ ਇੰਪਲੀਮੈਂਟ ਹੁੰਦੇ ਨੇ। ਤਾਂ however to reiterate some of features of the grid view control, let us list them. Grid view control is associated with the data source control, data source control ਦੇ ਨਾਲ ਹੀ ਸਹਿਯੋਗੀ ਹੁੰਦੀ ਹੈ through the data source ID property ਦੀ ਵਰਤੋਂ ਕਰਦੀ ਹੈ ਇਹ। ਤਾਂ enabling editing and deleting record in grid view control is as simple as setting the property, ਮਤਲਬ ਕਿ ਇਹਦੇ ਵਿੱਚ property set ਕਰਕੇ ਆਪਾਂ enable, edit ਤੇ delete ਕਰ ਸਕਦੇ ਹਾਂ ਰਿਕਾਰਡ ਗ੍ਰਿਡ ਵਿਊ ਕੰਟਰੋਲ ਦੇ ਵਿੱਚ। ਆਟੋ ਜਨਰੇਟ ਡਿਲੀਟ ਬਟਨ ਐਂਡ ਆਟੋ ਜਨਰੇਟ ਐਡਿਟ ਬਟਨ ਐਜ਼ ਅ ਟਰੂ, ਦੋਨਾਂ ਦੀ ਸੈਟਿੰਗ ਆਪਾਂ ਟਰੂ ਸੈੱਟ ਕਰਾਂਗੇ। ਤਾਂ ਗ੍ਰਿਡ ਵਿਊ ਟੋਟਲੀ ਸਪੋਰਟ 6 ਫੀਲਡ ਟਾਈਪਸ ਜਿਹੜੀਆਂ ਆਪਾਂ ਟੌਪਿਕ ਅੱਗੇ ਦੇ ਵਿੱਚ ਪੜਾਂਗੇ। ਤਾਂ ਗ੍ਰਿਡ ਵਿਊ ਕੰਟਰੋਲ ਜਿਹੜੀਆਂ ਫੰਡਾਮੈਂਟਲਸ ਕੀ ਨੇ ਇਹਦੇ? ਕਹਿੰਦੇ ਗ੍ਰਿਡ ਵਿਊ ਕੰਟਰੋਲਸ ਹੈਜ਼ ਨੰਬਰ ਆਫ ਦਾ ਨਿਊ ਫੀਚਰ ਐਂਡ ਐਡਵਾਂਟੇਜ, ਬਹੁਤ ਸਾਰੀਆਂ ਇਹਦੀਆਂ ਮਤਲਬ ਕਿ ਨਵੀਆਂ ਫੀਚਰਸ ਤੇ ਐਡਵਾਂਟੇਜ ਨੇ ਵਿੱਚ ਇਨਕਲੂਡ, ਜਿਵੇਂ ਰਿਚਰ ਡਿਜ਼ਾਈਨ ਟਾਈਮ ਕੈਪੇਬਿਲਿਟੀ ਹੁੰਦੀ ਆ, ਮਤਲਬ ਕਿ ਡਿਜ਼ਾਈਨ ਕੈਪ ਟਾਈਮ ਆ ਜਿਹੜੀ ਮਤਲਬ ਕੈਪੇਬਿਲਿਟੀ ਵਧੀਆ ਹੈ ਇਹਦੀ। ਠੀਕ ਹੈ, ਇੰਪਰੂਵ ਦਾ ਡਾਟਾ ਸੋਰਸ ਬਾਈਂਡਿੰਗ ਕੈਪੇਬਿਲਿਟੀ ਨੂੰ ਵੀ ਇੰਪਰੂਵ ਕਰਦੀ ਹੈ। ਆਟੋਮੈਟਿਕ ਹੈਂਡਲਿੰਗ ਆਫ ਸ਼ਾਰਟਿੰਗ, ਪੇਜਿੰਗ, ਅਪਡੇਟ ਐਂਡ ਡਿਲੀਟ ਕਰਨਾ ਆਟੋਮੈਟਿਕਲੀ ਹੈਂਡਲ ਕਰਦੀ ਹੈ ਸਾਰੀ ਚੀਜ਼ ਨੂੰ। ਐਡੀਸ਼ਨ ਕਾਲਮ, ਨਵੇਂ ਆਪਾਂ ਕਾਲਮ ਐਡ ਕਰ ਸਕਦੇ ਹਾਂ, ਡਿਜ਼ਾਈਨ ਟਾਈਮ ਕਾਲਮ ਆਪਰੇਸ਼ਨ। ਠੀਕ ਹੈ, ਕਸਟਮਾਈਜ਼ ਪੇਜਰ ਯੂਜ਼ਰ ਇੰਟਰਫੇਸ ਹੁੰਦਾ ਵੀ ਆਪਣੇ ਆਪਣੇ ਅਕੋਰਡਿੰਗ ਆਪਾਂ ਕੋਈ ਵੀ ਪੇਜਰ ਟੈਂਪਲੇਟ ਪ੍ਰੋਪਰਟੀ ਹੈ ਜਿਹੜੀ ਯੂਜ਼ ਕਰਕੇ ਆਪਣੇ ਅਕੋਰਡਿੰਗ ਸੈਟਿੰਗ ਕਰ ਸਕਦੇ ਹਾਂ। ਇਨ ਦਿਸ ਸੈਕਸ਼ਨ we will learn how to take advantage of all the basic feature of the grid view control. In particular, you learn how to display, select, sort, page and edit database data with in a grid view control ਦੇ ਵਿੱਚ ਆਪਾਂ ਕਿਵੇਂ ਯੂਜ਼ ਕਰਨੇ। ਪਹਿਲਾਂ ਆਪਾਂ ਪੜਾਂਗੇ ਡਿਸਪਲੇ ਕਿਵੇਂ ਕਰਵਾਉਣੇ ਡਾਟੇ ਨੂੰ। ਤਾਂ ਗ੍ਰਿਡ ਵਿਊ ਰੈਂਡਰਡ ਇਟਸ ਡਾਟਾ ਆਈਟਮ, ਜਿੰਨੀਆਂ ਵੀ ਆਪਣੇ ਕੋਲੇ ਡਾਟਾ ਆਈਟਮਸ ਲੈਂਦਾ HTML ਟੇਬਲ ਦੇ ਵਿੱਚ। ਠੀਕ ਹੈ, ਈਚ ਡਾਟਾ ਆਈਟਮ ਇਜ਼ ਰੈਂਡੈਂਟ ਮਤਲਬ ਕਿ ਆਪਾਂ ਡਿਸਕਨੈਕਟ ਹੁੰਦੀ ਹੈ HTML ਟੇਬਲ ਦੇ ਨਾਲੋਂ ਅਲੱਗ ਹੁੰਦੀ ਆ ਜਿਹੜੀ ਵੀ ਗ੍ਰਿਡ ਵਿਊ ਦੇ ਵਿੱਚ ਹੁੰਦੀ ਆ। ਤਾਂ ਜਿਹਦੇ ਵਿੱਚ ਟੇਬਲ ਤੋਂ ਤਰ੍ਹਾਂ ਫੋਰ ਐਗਜ਼ਾਮਪਲ ਪ੍ਰੋਗਰਾਮ 7.1 ਆ, ਡਿਮੋਸਟ੍ਰੇਟ ਹਾਊ ਟੂ ਡਿਸਪਲੇ ਡਾਟਾ ਯੂਜ਼ਿੰਗ ਦਾ ਗ੍ਰਿਡ ਵਿਊ ਕੰਟਰੋਲ, ਕਿਵੇਂ ਆਪਾਂ ਡਾਟੇ ਨੂੰ ਡਿਸਪਲੇ ਕਰਵਾਉਣੇ ਆ। ਦੇਖੋ ਬੇਟਾ, ਆਪਾਂ ਕ੍ਰੀਏਟ ਕਰਨੀ ਹੈ ਡਾਟਾਬੇਸ ਨੇਮਡ ਆ MyDB, ਸ਼ਾਰਟ ਨੇਮ ਆਪਾਂ SQL ਸਰਵਰ ਮੈਨੇਜਮੈਂਟ ਸਟੂਡੀਓ ਦੇ ਵਿੱਚ ਜਾ ਕੇ ਆਪਾਂ ਇਹਦੀ ਸੈਟਿੰਗ ਹੈ ਜਿਹੜੀ ਕਰਾਂਗੇ। ਉਸ ਤੋਂ ਬਾਅਦ ਕ੍ਰੀਏਟ ਕਰਾਂਗੇ ਟੇਬਲ, ਜਿਹਦਾ ਨੇਮ ਦੇਵਾਂਗੇ ਆਪਾਂ ਟੇਬਲ ਸਟੂਡੈਂਟ। ਟੇਬਲ ਕਾਹਦਾ? ਸਟੂਡੈਂਟ ਦਾ ਬਣਾ ਰਿਹਾ ਇਹਦਾ MyDB ਡਾਟਾਬੇਸ ਦੇ ਵਿੱਚ। ਜਦੋਂ ਤੁਸੀਂ ਉੱਥੇ ਉਹਦਾ ਨਾਮ ਦੇਤਾ ਤਾਂ ਤੁਹਾਡੇ ਕੋਲ ਆ ਦੇਖੋ ਆ ਡਾਟਾਬੇਸ ਖੁੱਲ੍ਹ ਗਿਆ, ਉਹਦਾ ਨਾਮ ਦੇਤਾ। ਟੇਬਲ ਦਾ ਨਾਮ ਦੇਣ ਤੋਂ ਬਾਅਦ ਤੁਹਾਡੇ ਕੋਲ ਐਡ ਦਾ ਰਿਕਾਰਡ ਇਨ ਦਾ ਟੇਬਲ ਨੇਮ TAB ਸਟੂਡੈਂਟ ਇਨ MyWay ਡਾਟਾਬੇਸ ਦੇ ਵਿੱਚ ਆਪਾਂ ਰਿਕਾਰਡ ਐਂਟਰ ਕੀਤੇ ਹੈ, ਜਿਵੇਂ ਰੋਲ ਨੰਬਰ 1 ਸਟੂਡੈਂਟ, ਨੇਮ, ਕੋਰਸ, ਪਾਸ। ਠੀਕ ਹੈ, ਜਿਵੇਂ ਆਪਣੇ ਕੋਲੇ ਕੋਰਸ ਪਾਸ ਹੈਗਾ ਜਾਂ ਨਹੀਂ, ਇਹ ਇਹਦੇ ਵਿੱਚ ਕੀ ਹੈਗਾ ਬੇਟਾ? ਫਸਟ ਅਮਨਪ੍ਰੀਤ ਕੌਰ BCA ਕੋਰਸ ਦੇ ਵਿੱਚ ਆ, ਟਰੂ ਆ ਮਤਲਬ ਪਾਸ ਆ। ਫਿਰ ਅਮਨਿੰਦਰ ਸਿੰਘ, ਅਰਵਿੰਦ ਕੌਰ ਆ, ਬੇਅੰਤ ਕੌਰ, ਸਾਰੇ ਆਪਾਂ ਐਡ ਕਰ ਲਏ। ਠੀਕ ਹੈ ਜੀ, ਐਂਡ ਤੇ ਆਪਣਾ ਹੋ ਗਿਆ ਨਾਲ।
इस तो बाद नाउ इन विजुअल स्टूडियो ਦੇ ਵਿੱਚ ਦੇਖिए क्रिएट अ न्यू वैबसाइट नेम्ड ग्रिड व्यू फंडामेंटल ਆਪਾਂ मतलब कि ग्रिड व्यू फंडामेंटल ਦੀ वैबसाइट ਲਵਾਂਗੇ ਤਾਂ ਐਡ अ वैब फॉर्म टू द एप्लीकेशन नेम। बेटा ਜਿਹੜਾ ਉੱਪਰਲਾ ਮੈਂ ਕਰਵਾਇਆ ਸੀ ਨਾ ਇਹ ਤੁਹਾਡਾ मतलब कि ਜਿਹੜਾ ਤੁਹਾਡੇ ਕੋਲੇ SQL ਸਰਵਰ ਹੁੰਦੀ ਹੈ ਨਾ ਆਪਣੇ ਕੋਲੇ ਮੈਨੇਜਮੈਂਟ ਸਟੂਡੀਓ ਦੇ ਉਹਦੇ ਵਿੱਚ ਆਪਾਂ ਇੱਕ ਟੇਬਲ ਕ੍ਰੀਏਟ ਕੀਤਾ ਹੈ। ਟੇਬਲ ਕ੍ਰੀਏਟ ਕਰਨ ਤੋਂ ਬਾਅਦ ਆਪਾਂ ਹੁਣ ਇਹਦੀ ਜਿਹੜੀ ਵੈਬਸਾਈਟ ਹੈ ਕਾਹਦੇ ਵਿੱਚ ਕ੍ਰੀਏਟ ਕਰਾਂਗੇ ਉਹਦੇ ਵਿੱਚ ਆਪਣੇ ਵੈਬਸਾਈਟ ਸਟੂਡੀਓ ਦੇ ਵਿੱਚ ਕ੍ਰੀਏਟ ਕਰੀ ਹੈ। ਠੀਕ ਹੈ ਜੀ मतलब ਜਿੱਥੇ ਆਪਾਂ मतलब ਕਿ C# ਦੇ ਵਿੱਚ ਯੂਜ਼ ਕਰਦੇ ਵੈਬ ਫਾਰਮ ਐਡ ਕਰਕੇ ਉੱਥੇ ਡਿਸਪਲੇ ਡਾਟਾ ASPX ਦਾ ਆਪਾਂ ਕ੍ਰੀਏਟ ਦਾ ਫੋਲੋਇੰਗ ਡਿਜ਼ਾਈਨ ਆਪਾਂ डिजाइन क्रिएट करना जिमें SQL डाटा सोर्स। ठीक है डाटा सोर्स ये चाहिए अपने को रोल नंबर स्टूडेंट का नेम कोर्स पास। ठीक है वो 0 1 2 तो शुरू होया ABC स्टूडेंट का नेम हो गया कोर्स का नाम ABC हो गया आ अपने को जो आप चैक बॉक्स है जो यूज़ कर ले। ठीक है सैट का कनैक्शन स्ट्रिंग वैब डॉट कॉन्फिगरेशन का कनैक्शन आप सैट करांगे फाइल एज फॉलोज। तो वैब डॉट कॉन्फिगरेशन फाइल के लिए अपने को आ वाली फाइल कॉन्फिगरेशन कनैक्शन स्ट्रिंग कॉन्फिगरेशन के आप लिखना कनैक्शन स्ट्रिंग एट द नेम इज इक्वल टू माई DBMS मतलब जो डाटाबेस आप बना के आए हैं उस चीज़ को शो करना। कनैक्शन स्ट्रिंग इज इक्वल टू डाटा सोर्स इज इक्वल टू एंटल PC इनिशियल कैटालॉग इज इक्वल टू माई डाटाबेस से शुरू हो जाए वो ID अपने को पासवर्ड है SQL सर्वर है। ठीक है प्रोवाइड नेम सिस्टम डॉट डाटा SQL क्लाइंट ये मतलब आप कोडिंग है जी देनी है। इस तो बाद कनैक्शन स्ट्रिंग आप ऑफ कर देंगे तो फिर सिस्टम वैब वगैरह कंपैरिजन जी कंपाइलेशन डिबागर ट्रू अपने को शो हो जाए। सिस्टम डॉट वैब को क्लोज किया कॉन्फिगरेशन की करती आप बंद। राइट द फॉलोइंग सोर्स इन डिस्पले डाटा SPX के आप मतलब कॉन्फिगरेशन के आ चीज़ आप ऐड करनी है। इस तो बाद बेटा आप डिस्पले डाटा के पहला आप टाइटल दिता डिस्पलेइंग डाटा यूजिंग द ग्रिड व्यू कंट्रोल। ठीक है उस तो बाद ASPQ सर्कल मतलब कि SQL जी अपने को डाटा सोर्स ID आ वो आप फॉर्मेट सैट किया यूनिट सर्वर से अपलोड करना। कनैक्शन स्ट्रिंग का भी आप सैटिंग कर दी क्योंकि माई DBMS डाटाबेस आप शो करना जो पिछले बना के आए आप सिलैक्ट कमांड इज इक्वल टू सिलैक्ट मल्टीप्लाई करा वो फॉर्म के नाल। ठीक है टैब स्टूडेंट्स हो गया इनू क्लोज किया। इस तरह ग्रिड व्यू ID 1 यूनिट सर्वर से अपलोड किए डाटा की नेम्स रोल नंबर जिमें फिर डाटा सोर्स ID जिमें SQL डाटा सोर्स 1। ठीक है जिहदे आप मतलब सारी मैमरी वगैरह एलोकेट करते SQL सोर्स वगैरह डिवना बंद करता फॉर्म बंद करता बॉडी बंद करती। जो तुम डिस्पले करवाओगे इनू स्टार्टिंग का डिबगिंग करना शुरू करोगे तो तुहाडे कोल रोल नंबर स्टूडेंट नेम कोर्स पास आ वाला सारी चीज़ है जी शोट आ तुहाडे सामने आ जाएगी। ठीक है जी इस तो बाद अपने को सिलैक्टिंग डाटा इनू सिलैक्ट किवें करना। सिलैक्टिंग अ रो मीनस दैट यूजर कैन हाईलाइट और चेंज द अपीयरेंस ऑफ रो नू मतलब कि जिवें शो करते हैं भी वो अपीयरेंस नू चेंज कर दिंदा जो आप रो नू सिलैक्ट करते हैं। क्लिकिंग सम शॉर्ट ऑफ बटन और लिंक किसी भी बटन या लिंक पर क्लिक कर दिता वैन द यूजर क्लिक द बटन जो यूजर बटन पर क्लिक करता तो नॉट ओनली विल द रो चेंज इट्स अपीयरेंस रो ही नहीं चेंज बट आल्सो योर कोड विल बी द अपॉर्चुनिटी टू हैंडल द इवेंट मतलब अपने को एक मौका आता कि आप अपनी इवेंट को किवें हैंडल करना। तो कहते ग्रिड व्यू प्रोवाइड एबिलिटी इन सपोर्ट फॉर सिलैक्शन के लिए ही यूज़ किया जाता। यू सिंपली नीड टू ऐड अ कमांड फील्ड कॉलम विद द शो सिलैक्ट प्रॉपर्टी सैट टू ट्रू द कमांड फील्ड कैन बी रेंडर्ड एज अ हाइपरलिंक। आ बटन एक फिक्सड इमेज वगैरह आप सैटिंग है जी करते जिहदे आप चूज़ करांगे उसकी टाइप बटन टाइप प्रॉपर्टी। ठीक है जी तो ये जी एग्जाम्पल है जिमें ASP कमांड फील्ड की भी कोई कमांड शो करनी आप शो सिलैक्ट बटन इज इक्वल टू ट्रू सैट करना तो बटन की टाइप की है थोड़ी बटन ही है तो सिलैक्ट टैक्स में आप की करता क्लोज करता। हेयर इज अनदर एग्जाम्पल एन एग्जाम्पल दैट शो आ स्मॉल चैक क्लिकेबल आइकन छोटा कहते ASP कमांड फील्ड शो सिलैक्ट बटन इज इक्वल टू ट्रू बटन टाइप अमेज शो करना तो सिलैक्ट अमेज URL सिलैक्ट हो जूगी तो जिफ के नाल इहनूं क्लोज किया। इस तरह एग्जाम्पल एक प्रोग्राम के दी भी आप वैबसाइट की ग्रिड व्यू की क्रिएट कर रहे हैं ग्रिड व्यू फंडामेंटल की तो वैब फॉर्म में आप डिस्पले करवाना गा सिलैक्ट रो तो जिमें हम अपने को टेबल बनया होया तुहाडे कोले SQL डाटा सोर्स उस तरह सेम है जी शो करना सारा कुछ रोल नंबर हो गया नेम हो गया कोर्स हो गया। ठीक है जी इस तो बाद सैट द कनैक्शन स्ट्रिंग वैब कॉन्फिगरेशन वही सैट करनी जिवें पहला वाले प्रोग्राम के की सारे कनैक्शन के। ठीक है एंटल PC वगैरह उत्ते शो करना। इस तो बाद की जो आप इनू क्लोज करने तो बाद सोर्स फाइल के लिखांगे जाके तो सिलैक्टिंग अ रो इन ग्रिड व्यू सैटिंग करके वो सारी सेम आ जाए SQL डाटा सोर्स ID सेम आ जूगी सर्वर हो गया। फिर इस ये की एक डाटा की नेम आ जिहदी इज इक्वल टू रोल नंबर सैट किया। ठीक है ऑटो जनरेट सिलैक्ट बटन अपना ट्रू सैट करता है इतने आप ऑटो जनरेट सिलैक्ट बटन इज इक्वल टू ट्रू सैट करके बस इनू क्लोज कर दो।
ਤੇ ਆਟੋ ਜਨਰੇਸ਼ਨ ਜਿਹੜਾ ਸਿਲੈਕਸ਼ਨ ਬਟਨ ਪ੍ਰੋਪਰਟੀ ਨੀਡ ਟੂ ਬੀ ਸੈਟ ਟੂ ਟਰੂ ਸੈੱਟ ਕਰਨੀ ਪੈਂਦੀ ਹੈ ਉਹ ਤਾਂ ਅਨੇਬਲ ਸਿਲੈਕਸ਼ਨ ਆਫ ਦਾ ਰੋ ਐਂਡ ਸਿਲੈਕਸ਼ਨ ਕਲਰ ਕੈਨ ਬੀ ਚੇਂਜ ਸਿਲੈਕਸ਼ਨ ਉਹ ਆਪਾਂ ਨੂੰ ਇਹ ਅਨੇਬਲ ਕਰ ਦੂਗਾ ਵੀ ਆਪਣੀ ਜਿਹੜੀ ਰੋ ਆ ਉਹ ਸਿਲੈਕਟ ਹੋ ਗਈ ਤਾਂ ਉਹਦਾ ਕਲਰ ਆਪਾਂ ਚੇਂਜ ਕਰ ਸਕਦੇ ਹਾਂ ਬਾਈ ਸੈਟਿੰਗ ਦਾ ਸਿਲੈਕਟਡ ਰੋ ਸਟਾਈਲ ਬੈਕ ਕਲਰ ਤੇ ਜੇ ਆਪਾਂ ਸਟੈਕ ਰੋ ਸਟਾਈਲ ਹੈ ਤਾਂ ਉਹਦਾ ਬੈਕ ਕਲਰ ਚੇਂਜ ਹੋ ਜਾਊਗਾ ਤਾਂ ਸਟਾਰਟ ਡਿਬਗਿੰਗ ਜਦੋਂ ਡਿਬਗਿੰਗ ਕਰਨੀ ਸ਼ੁਰੂ ਕਰੋਗੇ ਤਾਂ ਤੁਹਾਡੇ ਕੋਲੇ ਆਹ ਵਾਲਾ ਫੰਕਸ਼ਨ ਖੁੱਲ੍ਹ ਗਿਆ ਜਿਵੇਂ ਹੁਣ ਇਹਨਾਂ ਨੇ ਸਿਲੈਕਟ ਕੀਤੀ ਹੋਈ ਹੈ 7th ਰੋ ਤਾਂ 7th ਰੋ ਦਾ ਕਲਰ ਕੀ ਹੈ ਥੋੜਾ ਜਿਹਾ ਬੇਟਾ ਚੇਂਜ ਆ ਤਾਂ ਉਹ ਦੈਟ ਇਜ਼ ਕਾਲਡ ਕੀ ਹੋ ਗਿਆ ਤੁਹਾਡਾ ਸਿਲੈਕਸ਼ਨ ਹੋ ਗਈ ਇਸ ਤੋਂ ਬਾਅਦ ਯੂਜ਼ਿੰਗ ਦਾ ਡਾਟਾ ਕੀ ਦੀ ਵਰਤੋਂ ਕੀ ਕਾਹਦੇ ਵਾਸਤੇ ਕਰਦੇ ਆ you associate a value with each row in grid view by providing a value for grid view control the data key name property मतलब कि data key name ਦੀ ਜਿਹੜੀ property ਉਹਨੂੰ ਕੰਟਰੋਲ ਕਰਨ ਲਈ ਆਪਾਂ ਨੂੰ ਕੋਈ ਨਾ ਕੋਈ ਉਹਨੂੰ ਵੈਲਿਊ ਦੇਣੀ ਪੈਂਦੀ ਹੈ when the data key name property is set ਜੇਕਰ ਆਪਾਂ ਸੈੱਟ ਕਰਤੀ ਤਾਂ grid view control automatically create a data key object for each row in the ਹਰ ਇੱਕ ਦੇ ਲਈ object ਕ੍ਰੀਏਟ ਕਰ ਦਊਗਾ ਡਾਟਾ ਕੀ ਆਬਜੈਕਟ ਕੰਟੇਨ ਦਾ ਵੈਲਿਊ ਆਫ ਫੀਲਡ ਉਹਦੇ ਵਿੱਚ ਮਤਲਬ ਫੀਲਡ ਦੀ ਵੈਲਿਊ ਹੋਊਗੀ ਔਰ ਫੀਲਡ ਸਪੈਸੀਫਾਈ ਕਰਵਾਈ ਹੋਊਗੀ ਡਾਟਾ ਕੀ ਨੇਮ ਪ੍ਰੋਪਰਟੀ ਦੇ ਵਿੱਚ ਤਾਂ ਡਾਟਾ ਕੀ ਆਬਜੈਕਟ ਆਰ ਦੈਨ ਐਡਡ ਟੂ ਦਾ ਕੰਟਰੋਲ ਡਾਟਾ ਕੀ ਕਲੈਕਸ਼ਨ ਦੇ ਵਿੱਚ ਹੀ ਐਡ ਕੀਤੀ ਜਾਂਦੀ ਵੀ ਜਿੰਨੀਆਂ ਵੀ ਕੀਜ਼ ਆਪਣੀਆਂ ਕਲੈਕਸ਼ਨ ਦੇ ਵਿੱਚ ਪਈਆਂ ਨੇ ਸਾਰੀਆਂ ਪ੍ਰੋਪਰਟੀਜ਼ ਨੇ ਬੇਟੇ ਤਾਂ ਯੂਜ਼ ਆ ਡਾਟਾ ਕੀ ਪ੍ਰੋਪਰਟੀ ਟੂ ਰਿਟਰੀਵ ਹੁੰਦਾ ਐਕਸੈਸ ਕਰਨਾ ਡਾਟਾ ਕੀ ਆਬਜੈਕਟ ਫਾਰ ਸਪੈਸੀਫਿਕ ਡਾਟਾ ਰੋ ਇਨ ਦਾ ਗ੍ਰਿਡ ਵਿਊ ਕੰਟਰੋਲ ਦੇ ਵਿੱਚ ਆਪਾਂ ਸ਼ੋ ਕਰਦੇ ਹਾਂ ਤਾਂ ਯੂ ਕੈਨ ਅਸਾਈਨ ਦਾ ਨੇਮ ਆਫ ਦਾ ਸਿੰਗਲ ਡਾਟਾਬੇਸ ਕਾਲਮ ਟੂ ਦਿਸ ਪ੍ਰੋਪਰਟੀ ਔਰ ਯੂ ਕੈਨ ਅਸਾਈਨ ਅ ਕੌਮਾ ਸੈਪਰੇਟ ਲਿਸਟ ਆਫ ਕਾਲਮ ਨੇਮ ਟੂ ਦਿਸ ਪ੍ਰੋਪਰਟੀ ਮਤਲਬ ਆਪਾਂ ਕੌਮਾ ਵਗੈਰਾ ਵੀ ਇਹਨਾਂ ਨੂੰ ਸੈਪਰੇਟ ਕਰਨ ਦੇ ਲਈ ਯੂਜ਼ ਆ ਜਿਹੜਾ ਕਰ ਸਕਦੇ ਆ ਠੀਕ ਹੈ ਅੱਗੇ ਆ ਗਿਆ ਆਪਣੇ ਕੋਲੇ ਸ਼ਾਰਟਿੰਗ ਦਾ ਗ੍ਰਿਡ ਵਿਊ ਨੂੰ ਸ਼ਾਰਟਿੰਗ ਦਾ ਮਤਲਬ ਸਮਝਦੇ ਹੋ ਜਿਵੇਂ ਆਪਾਂ ਕਿਸੇ ਵੀ ਡਾਟੇ ਨੂੰ ਅਸੈਂਡਿੰਗ ਜਾਂ ਡਿਸੈਂਡਿੰਗ ਆਰਡਰ ਦੇ ਵਿੱਚ ਯੂਜ਼ ਕਰਦੇ ਆ ਤਾਂ ਗ੍ਰਿਡ ਵਿਊ ਸ਼ਾਰਟਿੰਗ ਫੀਚਰਸ ਅਲਾਉ ਯੂਜ਼ਰ ਟੂ ਰੀਆਰਡਰ ਦਾ ਰਿਜ਼ਲਟ ਇਨ ਦਾ ਗ੍ਰਿਡ ਵਿਊ ਬਾਈ ਕਲਿੱਕਿੰਗ ਅ ਕਾਲਮ ਹੈਡਰ ਤੇ ਕਲਿੱਕ ਕਰਕੇ ਆਪਾਂ ਮਤਲਬ ਸਾਰੇ ਰਿਜ਼ਲਟ ਨੂੰ ਇੱਕ ਸੀਰੀਅਲ ਆਰਡਰ ਦੇ ਵਿੱਚ ਕੰਟੇਨ ਕਰਦੇ ਆ ਤੇ ਇਟ ਇਜ਼ ਕਨਵੀਨੀਅੰਟ ਈਜ਼ੀ ਹੈ ਐਂਡ ਈਜ਼ੀ ਟੂ ਇੰਪਲੀਮੈਂਟ ਸੌਖੇ ਢੰਗ ਨਾਲ ਈਜ਼ੀ ਇੰਪਲੀਮੈਂਟ ਹੋ ਜਾਂਦਾ ਟੂ ਅਨੇਬਲ ਸ਼ਾਰਟਿੰਗ ਯੂ ਮਸਟ ਸੈਟ ਦਾ ਗ੍ਰਿਡ ਵਿਊ ਨੂੰ ਮਤਲਬ ਕਿ ਸੈੱਟ ਕਰਨਾ ਪੈਂਦਾ ਅਲਾਓ ਸ਼ਾਰਟਿੰਗ ਪ੍ਰੋਪਰਟੀ ਇਹਦੇ ਲਈ ਆਪਾਂ ਅਲਾਓ ਸ਼ਾਰਟਿੰਗ ਪ੍ਰੋਪਰਟੀ ਨੂੰ ਟਰੂ ਸੈੱਟ ਕਰਾਂਗੇ ਠੀਕ ਹੈ ਤਾਂ ਨੈਕਸਟ ਯੂ ਨੀਡ ਟੂ ਡਿਫਾਈਨ ਅ ਸ਼ਾਰਟ ਐਕਸਪ੍ਰੈਸ਼ਨ ਫਾਰ ਦਾ ਈਚ ਕਾਲਮ ਦੈਟ ਕੈਨ ਬੀ ਸ਼ਾਰਟਡ ਤਾਂ ਉਹ ਸਾਰੇ ਮਤਲਬ ਕਿ ਕਾਲਮ ਕੀ ਹੋ ਜਾਊਗਾ ਤੁਹਾਡਾ ਸ਼ਾਰਟ ਹੈ ਜਿਹੜਾ ਹੋ ਜਾਊਗਾ ਤਾਂ ਇਨ ਥਿਊਰੀ ਆ ਸ਼ਾਰਟ ਐਕਸਪ੍ਰੈਸ਼ਨ ਕੈਨ ਯੂਜ਼ ਐਨੀ ਸੈਂਟੈਕਸ ਦੈਟ ਅੰਡਰਸਟੂਡ ਬਾਈ ਦਾ ਡਾਟਾ ਸੋਰਸ ਕੰਟਰੋਲ ਦੇ ਦੁਆਰਾ ਸਾਨੂੰ ਉਹ ਕਿਸੇ ਵੀ ਸੈਂਟੈਕਸ ਨੂੰ ਸ਼ੋ ਕਰਦਾ ਇਨ ਪ੍ਰੈਕਟਿਸ ਜੇ ਕਹਿੰਦੇ ਸ਼ਾਰਟ ਐਕਸਪ੍ਰੈਸ਼ਨ ਆਲਮੋਸਟ ਆਲਵੇਜ਼ ਟੇਕ ਦਾ ਕਹਿੰਦੇ ਫਾਰਮ ਯੂਜ਼ਡ ਇਨ ਆਰਡਰ ਬਾਈ ਕਲਾਸ ਆਫ ਦਾ ਐਸਕਿਊਲ ਕਿਊਰੀ ਸਟਰਕਚਰ ਜਿਹੜੀ ਆਪਣੇ ਕੋਲ ਕਿਊਰੀ ਲੈਂਗੁਏਜ ਦੀ ਗੱਲ ਕੀਤੀ ਗਈ ਹੈ ਤਾਂ ਉਹਦੀ ਆਰਡਰ ਦੇ ਅਕੋਰਡਿੰਗ ਹੀ ਉਸ ਚੀਜ਼ ਨੂੰ ਕੀ ਕਰੂਗੀ ਚੇਂਜ ਕਰੂਗੀ ਠੀਕ ਹੈ ਤਾਂ ਅੱਗੇ ਇਹਦੇ ਲਈ ਜਿਹੜੀ ਮਤਲਬ ਕਿ ਸੈਟਿੰਗ ਕਰਨੀ ਹੈ ਜਿਹੜੀ ASP ਬਟਨ ਫੀਲਡ ਡਾਟਾ ਫੀਲਡ ਇਜ਼ ਇਕੁਅਲ ਟੂ ਫਰਸਟ ਨੇਮ ਹੈਡਰ ਟੈਕਸ ਇਜ਼ ਇਕੁਅਲ ਟੂ ਫਰਸਟ ਨੇਮ ਤਾਂ ਸ਼ਾਰਟ ਐਕਸਪ੍ਰੈਸ਼ਨ ਇਜ਼ ਇਕੁਅਲ ਟੂ ਫਰਸਟ ਨੇਮ ਤੋਂ ਹੀ ਆਪਾਂ ਸ਼ੁਰੂ ਕਰਾਂਗੇ ਵੀ ਪਹਿਲੇ ਨੇਮ ਤੋਂ ਹੀ ਉਹ ਸੈਟਿੰਗ ਹੈ ਜਿਹੜੀ ਹੋਣੀ ਸ਼ੁਰੂ ਹੋਈ ਤੇ ਇਹਦੇ ਲਈ ਜਿਹੜੀ ਪ੍ਰੋਪਰਟੀ ਜਿਹੜੀ ਅਲਾਉ ਸੈਟ ਸ਼ਾਰਟਿੰਗ ਦੀ ਇਜ਼ ਇਕੁਅਲ ਟੂ ਆਪਾਂ ਕੀ ਸੈੱਟ ਕਰਾਂਗੇ ਟਰੂ ਕਰਾਂਗੇ ਤਾਂ ਇਹਦਾ ਪ੍ਰੋਗਰਾਮ ਦੇਖੋ ਵੈਬਸਾਈਟ ਕਿਤੇ ਗ੍ਰਿਡ ਵਿਊ ਸ਼ਾਰਟਡ ਗ੍ਰਿਡ ਵਿਊ ਦੀ ਹੁਣ ਉਸੇ ਤਰ੍ਹਾਂ ਹੀ ਆਪਾਂ ਇਹਦੇ ਵਿੱਚ ਵੀ ਟੇਬਲ ਕ੍ਰੀਏਟ ਕਰਨਾ ਇੱਕ DBMS ਬਣਾਵਾਂਗੇ ਕੌਨਫੀਗਰੇਸ਼ਨ ਸੈਟਿੰਗ ਸੇਮ ਆ ਗਈ ਤੁਹਾਡੀ ਠੀਕ ਆ ਇਸ ਤੋਂ ਬਾਅਦ ਆਪਣੇ ਕੋਲੇ ਜਿਵੇਂ ਟਾਈਟਲ ਸ਼ਾਰਟਿੰਗ ਆ ਗ੍ਰਿਡ ਵਿਊ ਸੇਮ ਆ ਡਾਟਾ ਸੋਰਸ ID ਵੀ ਸੇਮ ਆ ਠੀਕ ਹੈ ਬਾਕੀ ਇਹਦੇ ਵਿੱਚ ਅਲਾਓ ਸ਼ਾਰਟਿੰਗ ਬਸ ਇਹਦੇ ਵਿੱਚ ਸਿਰਫ ਇੱਕ ਪੁਆਇੰਟ ਐਡ ਕਰਨਾ ਨਵਾਂ ਆਪਾਂ ਅਲਾਓ ਸ਼ਾਰਟਿੰਗ ਇਜ਼ ਇਕੁਅਲ ਟੂ ਟਰੂ ਡਾਟਾ ਕੀ ਨੇਮਸ ਇਜ਼ ਇਕੁਅਲ ਟੂ ਰੋਮ ਅਲਾਓ ਸ਼ਾਰਟਿੰਗ ਆਪਾਂ ਇੱਥੇ ਕੀ ਕਰਤੀ ਸੈੱਟ ਕਰਤੀ ਠੀਕ ਹੈ ਉਹ ਟਰੂ ਦੇ ਇਕੁਅਲ ਸੈੱਟ ਕਰਕੇ ਜਦੋਂ ਤੁਸੀਂ ਇਹਦੀ ਆਊਟਪੁੱਟ ਸ਼ੁਰੂ ਕਰੋਗੇ ਤਾਂ ਤੁਹਾਡਾ ਡਾਟਾ ਜਿਹੜਾ ਮਤਲਬ ਕਿ ਸੀਰੀਅਲ ਆਰਡਰ ਦੇ ਵਿੱਚ ਨਹੀਂ ਜਿਵੇਂ ਪਹਿਲਾਂ A ਵਾਲੇ ਨਾਮ ਆ ਗਏ ਫਿਰ B ਵਾਲੇ ਆ ਗਏ ਫਿਰ C ਵਾਲੇ ਆ ਗਏ ਫਿਰ D ਵਾਲੇ ਆ ਗਏ ਫਿਰ E ਆ ਗਏ L ਵਾਲੇ ਇਸ ਤਰ੍ਹਾਂ ਸੋਨ ਸੀਰੀਅਲ ਵਾਈਜ਼ ਡਾਟਾ ਜਿਹੜਾ ਤੁਹਾਨੂੰ ਸ਼ੋ ਹੋ ਜਾਏਗਾ ठीक है तो when a user click on student name column header then the row are sorted according to student name student जे आप student ते click करता student के अकॉर्डिंग शो हो जाए आप रोल नंबर ते करांगे तो रोल नंबर के अकॉर्डिंग है जो डाटा तुहानू शो हो जाएगा ठीक है जी इस तरह आप इसकी एडिंग है जी कर सकते हैं ठीक है ਅੱਗੇ ਜਿਹੜਾ ਪੇजिंग ਦਾ ਗ੍ਰਿਡ ਵਿਊ ਆਪਾਂ ਅਗਲੇ ਲੈਕਚਰ ਦੇ ਵਿੱਚ ਕਰਾਂਗੇ ਤੁਸੀਂ ਇੱਕ ਵਾਰ ਇਹਨਾਂ ਰੀਡ ਕਰਕੇ ਦੇਖ ਲਓ ਜੇ ਇਹਦੇ ਵਿੱਚ ਕੋਈ ਪ੍ਰੋਬਲਮ ਲੱਗਦੀ ਹੋਈ ਤਾਂ ਮੈਨੂੰ ਦੁਬਾਰਾ ਪੁੱਛ ਲਿਓ ਓਕੇ ਬੇਟਾ ਥੈਂਕ ਯੂ ਸੋ ਮਚ